ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਹੜੇ ਸਾਰੇ ਆਪਣਾ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ। ਸੋ ਡੱਲਾ ਜੀ, ਅੱਜ ਕਿਹੜੀਆਂ 3 ਵੱਡੀਆਂ ਖਬਰਾਂ ਨੇ ਜਿਹੜੀਆਂ ਤੁਸੀਂ ਚੁਣ ਕੇ ਲੈ ਕੇ ਆਏ ਹੋ, ਪੂਰੀ ਜਾਣਕਾਰੀ ਇਕੱਠੀ ਕਰਕੇ ਲਿਆਏ ਹੋ? ਮੈਂ ਜ਼ਰੂਰ ਚਾਹਾਂਗੀ ਨਾ ਤਿੰਨੇ ਖਾਸ ਵੱਡੀਆਂ ਖਬਰਾਂ ਦਾ ਜੋ ਐਨਾਲਿਸਿਸ ਤੁਸੀਂ ਕੀਤਾ ਹੈ, ਇਸ ਦੀ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ। ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਸ਼ਾਮਿਲ ਕਰੋ। ਹਰਜੋਤ ਜੀ, ਮੁੱਖ ਰੂਪ ਦੇ ਵਿੱਚ ਅੱਜ 3 ਵੱਡੇ ਸਵਾਲ ਨੇ। ਇੱਕ-ਇੱਕ ਕਰਕੇ ਇਹਨਾਂ ਤਿੰਨਾਂ ਸਵਾਲਾਂ ਤੇ ਮੈਂ ਗੱਲ ਅੱਗੇ ਵਧਾਊਂਗਾ। ਸਭ ਤੋਂ ਪਹਿਲਾਂ ਤਾਂ ਜਿਹੜਾ ਵੱਡਾ ਰੌਲਾ ਪੰਜਾਬ 'ਚ ਪਿਆ ਕਿ ਅਕਾਲੀ ਭਾਜਪਾ ਸਰਕਾਰ ਦਾ ਕੀ ਅਕਾਲੀ ਅਤੇ ਭਾਜਪਾ ਦਾ ਆਪਸ 'ਚ ਗੱਠਜੋੜ ਹੋਏਗਾ? ਇੱਕ ਤਾਂ ਇਹ ਬਹੁਤ ਵੱਡਾ ਸਵਾਲ ਹੈ। ਦੂਜਾ ਸਵਾਲ, ਅਕਾਲੀ ਦਲ ਪਿੰਡ-ਪਿੰਡ ਜਾ ਕੇ ਆਮ ਆਦਮੀ ਪਾਰਟੀ ਦੀ ਪੋਲ ਖੋਲ੍ਹੇਗਾ। ਉਹ ਕਿਹੜੀ ਪੋਲ ਖੋਲ੍ਹਣੀ ਹੈ? ਸੁਖਬੀਰ ਸਿੰਘ ਬਾਦਲ ਨੇ ਉਹਦਾ ਜ਼ਿਕਰ ਬਹੁਤ ਵੱਡੇ ਪੱਧਰ ਦੇ ਉੱਤੇ ਕਰਨਾ ਬਣਦਾ। ਇਹਦੇ ਨਾਲ ਬੀਜੇਪੀ ਨੇ ਕਿਹਾ ਕਿ ਅਸੀਂ ਇਕੱਲੇ ਹੀ ਚੋਣ ਲੜਾਂਗੇ 13 ਦੀਆਂ 13 ਸੀਟਾਂ। ਔਰ ਅਕਾਲੀ ਦਲ ਦੇ ਨਾਲ ਗਠਬੰਧਨ ਦਾ ਰੌਲਾ ਮੀਡੀਆ 'ਚ ਪਿਆ। ਸੱਚ ਕੀ ਹੈ? ਇਹ ਸਾਰੀਆਂ ਗੱਲਾਂ ਮੈਂ ਇੱਕ ਇੱਕ ਕਰਕੇ ਅੱਗੇ ਵਧਾਊਂਗਾ। ਸਭ ਤੋਂ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ 2024 'ਚ ਪਾਰਟੀ ਦੀ ਅਗਵਾਈ ਕਰਨਗੇ ਪੰਜਾਬ 'ਚ। ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਜਾਂ ਅਸੀਂ ਬਹੁਮਤ ਵਿੱਚ ਪੰਜਾਬ 'ਚੋਂ ਸੀਟਾਂ ਜਿੱਤਾਂਗੇ। ਇਹ ਉਹਨਾਂ ਨੂੰ ਉਮੀਦ ਹੈ। ਇਸੇ ਕਰਕੇ ਸੁਨੀਲ ਜਾਖੜ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਵੱਡਾ ਇੱਕ ਪ੍ਰੋਗਰਾਮ ਸੀ ਜਿਹਦੇ ਵਿੱਚ ਇਹਨਾਂ ਦੇ ਜਿਹੜੇ ਪ੍ਰਭਾਰੀ ਨੇ ਰੂਪਾਨੀ ਸਾਹਿਬ, ਜਿਹੜੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੇ, ਉਹ ਉਚੇਚੇ ਤੌਰ ਤੇ ਪੰਜਾਬ ਪਹੁੰਚੇ, ਸੁਨੀਲ ਜਾਖੜ ਨੂੰ ਮੁਬਾਰਕਬਾਦ ਪੇਸ਼ ਕੀਤੀ। ਔਰ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤਾਂ ਵਿਜੇ ਰੂਪਾਨੀ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਜੀ ਦੀ ਅਗਵਾਈ ਦੇ ਵਿੱਚ ਹੀ ਅਸੀਂ 2024 ਦੀਆਂ ਚੋਣਾਂ ਲੜਨੀਆਂ ਨੇ। ਹੁਣ ਇਸ ਬਿਆਨ ਤੋਂ ਬਾਅਦ ਜਦੋਂ ਇਹ ਕਿਹਾ ਵਿਜੇ ਰੂਪਾਨੀ ਉਹਨਾਂ ਨੇ ਕਿ ਅਸੀਂ ਆਪਣੇ ਦਮ ਤੇ ਚੋਣਾਂ ਲੜਾਂਗੇ, ਕਿਸੇ ਨਾਲ ਸਾਡੀ ਇਸ ਵਕਤ ਤਾਲਮੇਲ ਦੀ ਸੰਭਾਵਨਾ ਨਹੀਂ ਹੈ, ਤੇ ਇਹ ਇੱਕ ਬਹੁਤ ਵੱਡਾ ਬਿਆਨ ਹੈ ਜਿਹੜਾ ਮੀਡੀਆ ਦੇ ਵਿੱਚ ਸੁਰਖੀਆਂ ਬਣਿਆ। ਇਸੇ ਦਰਮਿਆਨ ਇੱਕ ਚਰਚਾ ਵੀ ਹੈ ਪੂਰੇ ਪੰਜਾਬ 'ਚ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਕਾਲੀ ਦਲ ਤੇ ਬੀਜੇਪੀ ਤਾਂ ਪਹਿਲਾਂ ਹੀ ਰਲੇ ਹੋਏ ਨੇ, ਇਹ ਤਾਂ ਇੱਕ ਦੂਜੇ ਨੂੰ ਛੱਡਣ ਦਾ ਡਰਾਮਾ ਕਰ ਰਹੇ ਸੀ। ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਇਹ ਕਹਿ ਰਹੇ ਨੇ ਕਿ ਪਾਰਟੀ ਹਾਈ ਕਮਾਂਡ ਦਾ ਹਾਲੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਮਿਲਿਆ। ਜੇ ਭਵਿੱਖ 'ਚ ਕੋਈ ਫੈਸਲਾ ਹੁੰਦਾ ਤੇ ਸੋਚਿਆ ਜਾਏਗਾ। ਪਰ ਹੁਣ ਸਵਾਲ ਇੱਥੇ ਬਹੁਤ ਵੱਡਾ ਹੈ ਕਿ ਕੀ ਅਕਾਲੀ ਭਾਜਪਾ ਗੱਠਜੋੜ ਹੋਏਗਾ ਜਾਂ ਨਹੀਂ ਹੋਏਗਾ? ਸੁਨੀਲ ਜਾਖੜ ਦਾ ਪ੍ਰਧਾਨ ਬਣਨਾ, ਵਿਜੇ ਰੂਪਾਨੀ ਉਹਨਾਂ ਦਾ ਇਹ ਦਾਅਵਾ ਕਿ ਸੁਨੀਲ ਜਾਖੜ ਦੀ ਅਗਵਾਈ 'ਚ ਚੋਣਾਂ ਲੜਾਂਗੇ। ਹੁਣ ਅਕਾਲੀ ਦਲ ਦੀ ਸਰਗਰਮੀ ਅਚਾਨਕ ਨਾਲ ਵਧੀ ਹੈ। ਹੁਣ ਜੇ ਅਸੀਂ ਦੇਖੀਏ ਤੇ ਕੱਲ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਇੰਚਾਰਜਾਂ ਦੀ ਮੀਟਿੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੀ ਪੁੱਜੇ, ਸਾਬਕਾ ਵਿਧਾਇਕ ਵੀ ਪੁੱਜੇ, ਸਾਬਕਾ MP ਵੀ ਪੁੱਜੇ। ਔਰ ਇਹ ਮੀਡੀਆ ਤੋਂ ਕਿਉਂਕਿ ਕਮਰਿਆਂ ਦੇ ਅੰਦਰ ਹੁੰਦੀਆਂ ਨੇ, ਮੀਟਿੰਗ ਹਾਲਾਂ 'ਚ ਹੁੰਦੀਆਂ ਨੇ, ਉੱਥੇ ਮੀਡੀਆ ਦਾ ਪ੍ਰਵੇਸ਼ ਨਹੀਂ ਹੁੰਦਾ। ਇਹ ਮੀਟਿੰਗਾਂ ਨੂੰ ਲੈ ਕੇ ਮੀਡੀਆ ਇਹ ਕਿਆਸ ਲਾਉਂਦਾ ਰਿਹਾ ਕਿ ਗਠਬੰਧਨ ਨੂੰ ਲੈ ਕੇ ਸਲਾਹ ਮਸ਼ਵਰਾ ਹੋ ਰਿਹਾ। ਬੀਜੇਪੀ ਅਤੇ ਅਕਾਲੀ ਦਲ ਦੇ ਵਿੱਚ ਅੰਦਰੂਨੀ ਤੌਰ ਤੇ, ਗੁਪਤ ਤੌਰ ਤੇ ਗੱਲ ਪੱਕੀ ਹੋ ਚੁੱਕੀ ਹੈ। ਪਰ ਜਦੋਂ ਮੀਟਿੰਗ ਖਤਮ ਹੋਈ, ਸੁਖਬੀਰ ਬਾਦਲ ਬੋਲੇ, ਦਲਜੀਤ ਸਿੰਘ ਚੀਮਾ ਬੋਲੇ, ਬਿਕਰਮ ਮਜੀਠੀਆ ਬੋਲੇ, ਅਕਾਲੀ ਦਲ ਨੇ ਇਹ ਕਹਿ ਦਿੱਤਾ ਕਿ ਸਾਡਾ ਏਜੰਡਾ ਹੀ ਨਹੀਂ ਸੀ ਕੋਈ ਬੀਜੇਪੀ ਬਾਰੇ ਗੱਲ ਕਰਨ ਦਾ। ਅਸੀਂ ਤਾਂ ਗੱਲ ਹੀ ਇਹ ਕੀਤੀ ਹੈ ਕਿ ਆਮ ਆਦਮੀ ਪਾਰਟੀ ਹਰ ਫਰੰਟ ਤੇ ਫੇਲ ਹੋਈ ਹੈ। ਆਮ ਆਦਮੀ ਪਾਰਟੀ ਨੇ ਗਲਤ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਹੈ ਤੇ ਅਸੀਂ ਪਿੰਡ-ਪਿੰਡ ਜਾ ਕੇ ਸੁਖਬੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਦੀ ਪੋਲ ਖੋਲ੍ਹਣਗੇ ਕਿ ਕਿਵੇਂ ਝੂਠ ਦੇ ਪ੍ਰਚਾਰ ਦੇ ਸਹਾਰੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਹੈ। ਬਿਕਰਮ ਮਜੀਠੀਆ ਵੀ ਜਦੋਂ ਪੱਤਰਕਾਰਾਂ ਨੂੰ ਰੂਬਰੂ ਹੋਏ, ਬਿਕਰਮ ਮਜੀਠੀਆ ਕਹਿੰਦੇ ਕਿ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਕਮਜ਼ੋਰ ਹੈ। ਲਾਅ ਐਂਡ ਆਰਡਰ ਦੇ ਮਸਲੇ ਤੇ ਮੀਟਿੰਗਾਂ 'ਚ ਗੱਲ ਹੋਈ ਹੈ, ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਤੇ ਮੀਟਿੰਗਾਂ 'ਚ ਗੱਲ ਹੋਈ ਹੈ, ਕਿਵੇਂ ਨਵੀਂ ਇਹ ਸਰਕਾਰ ਕਰਜ਼ਾ ਚੱਕ ਰਹੀ ਹੈ, ਕਿਵੇਂ ਇਹ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ, ਕਿਵੇਂ ਪੰਜਾਬ ਦੇ ਵਿੱਚ ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ ਨੇ, ਹਾਹਾਕਾਰ ਪੰਜਾਬ 'ਚ ਬਿਜਲੀ ਦੀ ਕਮੀ ਦੀ ਮੱਚੀ ਪਈ ਹੈ।
ਉਹ ਕਹਿੰਦੇ ਕਿਵੇਂ 2 ਰੁਪਏ ਇਹਨਾਂ ਨੇ ਹੁਣ ਤੱਕ ਕਰੀਬ 2 ਰੁਪਏ ਪੈਟਰੋਲ ਡੀਜ਼ਲ ਤੇ ਵਧਾ ਦਿੱਤਾ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਤੁਰੰਤ ਇਹਨੂੰ ਵਾਪਸ ਲਵੇ। ਇਹ ਸਾਰੇ ਮਸਲਿਆਂ ਤੇ ਕਹਿੰਦੇ ਅਸੀਂ ਗੱਲ ਕਰਾਂਗੇ। ਔਰ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਕਿ ਪਾਣੀ ਹਰ ਥਾਂ ਤੇ ਪੰਜਾਬ 'ਚ ਪਹੁੰਚ ਗਿਆ, ਉਹ ਕਹਿੰਦੇ ਇਹਦੀ ਵੀ ਅਸੀਂ ਪੋਲ ਖੋਲਾਂਗੇ। ਇੱਕ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜੇ ਖਰਚੇ ਕੀਤੇ ਜਾਂਦੇ ਨੇ, ਭਾਵੇਂ ਇਸ਼ਤਿਹਾਰਾਂ ਤੇ ਭਾਵੇਂ ਹੈਲੀਕਾਪਟਰਾਂ ਦੇ, ਇਹਦੇ ਉੱਪਰ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਲੜਾਈ ਸ਼ੁਰੂ ਕਰਨ ਦੀ ਤਿਆਰੀ ਦੇ ਵਿੱਚ ਹੈ। ਔਰ ਪੂਰਾ ਰੂਪ ਰੇਖਾ ਇਸ ਸੰਘਰਸ਼ ਦੀ ਹਜੇ ਬਾਹਰ ਨਹੀਂ ਆਈ, ਪਰ ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਪੂਰੇ ਪੰਜਾਬ ਦੇ ਵਿੱਚ ਰੈਲੀਆਂ ਮੀਟਿੰਗਾਂ ਕਰਕੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੀਤੇ ਗਏ ਵਾਅਦੇ ਸੀ, ਜਿਹੜੇ ਪੂਰੇ ਨਹੀਂ ਹੋਏ, ਜਿਹੜੀਆਂ ਗਰੰਟੀਆਂ ਅਧੂਰੀਆਂ ਨੇ, ਪੋਲ ਖੋਲ ਦੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਜਾਏਗਾ। ਇਹ ਤਾਂ ਹੁਣ ਅਕਾਲੀ ਦਲ ਦਾ ਸੰਕੇਤ ਮੀਟਿੰਗਾਂ ਦੇ ਵਿੱਚ ਇਸ ਤਰ੍ਹਾਂ ਦਾ ਸਾਨੂੰ ਮਿਲਿਆ। ਹੁਣ ਇੱਥੇ ਵੱਡੀ ਗੱਲ ਇਹ ਹੈ ਕਿ 18 ਜੁਲਾਈ ਨੂੰ ਬੀਜੇਪੀ ਦੀ ਔਰ ਐਨਡੀਏ ਦੇ ਸਹਿਯੋਗੀਆਂ ਦੀ ਮੀਟਿੰਗ ਹੈ। ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਕਾਂਗਰਸ ਲਗਾਤਾਰ ਕਾਂਗਰਸ ਜਿਹੜੇ ਨੇ ਵਿਰੋਧੀ ਦਲ ਉਹ ਇਕੱਠੇ ਹੋ ਰਹੇ ਨੇ ਕਾਂਗਰਸ ਵਾਲੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ 2024 'ਚ ਕਿਵੇਂ ਮਾਤ ਦੇਣੀ ਹੈ, ਇਸੇ ਤਰ੍ਹਾਂ ਕਹਿੰਦੇ ਕਿ ਬੀਜੇਪੀ ਵੀ ਇਹਨਾਂ ਯਤਨਾਂ 'ਚ ਰੁੱਝ ਗਈ ਹੈ ਹਰਜੋਤ ਜੀ, ਕਿ ਕਿਵੇਂ ਅਸੀਂ 2024 ਦੇ ਵਿੱਚ ਵਿਰੋਧੀਆਂ ਨੂੰ ਮਾਤ ਦੇਣੀ ਹੈ ਤੇ ਨਰਿੰਦਰ ਮੋਦੀ ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣਾ। ਹੁਣ ਉਹ ਵੀ ਕਹਿੰਦੇ ਐਨਡੀਏ ਦੀ ਮੀਟਿੰਗ ਹੋ ਰਹੀ ਹੈ, ਕਹਿੰਦੇ ਉਹ 18 ਜੁਲਾਈ ਨੂੰ ਐਨਡੀਏ ਦੀ ਮੀਟਿੰਗ ਹੋ ਰਹੀ ਹੈ। ਹੁਣ 18 ਜੁਲਾਈ ਨੂੰ ਇਹ ਸਬੂਤ ਮਿਲੇਗਾ ਕਿ ਜਿਹੜੀਆਂ ਮੀਟਿੰਗਾਂ ਅਕਾਲੀ ਦਲ ਦੀਆਂ ਸੀ, ਕੀ ਉਹਦੇ 'ਚ ਕੋਈ ਗਠਬੰਧਨ ਦੀ ਚਰਚਾ ਹੋਈ? ਕਿਉਂਕਿ 18 ਜੁਲਾਈ ਦੀ ਮੀਟਿੰਗ ਨੂੰ ਚਰਚਾ ਹੈ ਕਿ ਜੇ ਤਾਂ ਸੁਖਬੀਰ ਬਾਦਲ 18 ਜੁਲਾਈ ਨੂੰ ਚਲੇ ਗਏ, ਇਹਦਾ ਮਤਲਬ ਹੈ ਅਕਾਲੀ ਦਲ ਦਾ ਔਰ ਬੀਜੇਪੀ ਦਾ ਸਮਝੌਤਾ ਹੋਣ ਦੀ ਦਿਸ਼ਾ 'ਚ ਗੱਲ ਅੱਗੇ ਵਧੇਗੀ। ਅਗਰ 18 ਜੁਲਾਈ ਨੂੰ ਸੁਖਬੀਰ ਬਾਦਲ ਨਹੀਂ ਜਾਂਦੇ ਉਸ ਮੀਟਿੰਗ 'ਚ, ਜਿਹੜੀ ਬੀਜੇਪੀ ਵੱਲੋਂ ਕਹਿੰਦੇ ਸੰਭਾਵਿਤ ਹੈ, ਜਿਹਦੇ ਵਿੱਚ ਸੱਦਾ ਦਿੱਤਾ ਗਿਆ ਹਮ ਖਿਆਲੀ ਪਾਰਟੀਆਂ ਨੂੰ, ਤੇਲਗੂ ਦੇਸ਼ਮ ਪਾਰਟੀ ਉਹ ਵੀ ਕਹਿੰਦੇ ਜਾ ਸਕਦੀ ਹੈ। ਚੰਦਰਬਾਬੂ ਨਾਇਡੂ ਵੀ ਸਨ 2001 2002 2003 2004 2005 ਜਿਨ੍ਹਾਂ ਦਿਨਾਂ ਦੇ ਵਿੱਚ ਮੈਂ ਦਿੱਲੀ ਦੇ ਵਿੱਚ ਵੀ ਸਰਗਰਮ ਰਿਹਾ, ਪੰਜਾਬ 'ਚ ਚੈਨਲਾਂ ਦੇ ਨਾਲ ਔਰ ਪੰਜਾਬ 'ਚ ਵੀ ਸਰਗਰਮ ਰਿਹਾ। ਚੰਦਰਬਾਬੂ ਨਾਇਡੂ ਦਾ ਹਰਜੋਤ ਜੀ ਬਹੁਤ ਵੱਡਾ ਯੁੱਗ ਸੀ। ਆਈਟੀ ਦੇ ਰੂਪ ਦੇ ਵਿੱਚ ਚੰਦਰਬਾਬੂ ਨਾਇਡੂ ਦਾ ਬਹੁਤ ਵੱਡਾ ਨਾਮ ਸੀ ਕਿ ਆਈਟੀ ਦੇ ਖੇਤਰ 'ਚ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ। ਤੇਲਗੂ ਦੇਸ਼ਮ ਪਾਰਟੀ TDP ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਸਕਦੀ ਹੈ 18 ਜੁਲਾਈ ਦੀ ਮੀਟਿੰਗ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਵੀ ਆ ਸਕਦਾ ਹੈ। ਰਾਮ ਵਿਲਾਸ ਪਾਸਵਾਨ ਦੀ ਪਾਰਟੀ ਦੇ ਪੁੱਤਰ ਔਰ ਉਹਨਾਂ ਦੇ ਪੁੱਤਰ ਚਿਰਾਗ ਪਾਸਵਾਨ ਆ ਸਕਦੇ ਨੇ। ਹੋਰ ਵੀ ਕਈ ਛੋਟੇ ਦਲਾਂ ਦੀ ਸੰਭਾਵਨਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ 18 ਜੁਲਾਈ ਨੂੰ ਆ ਸਕਦੇ ਨੇ। ਹੁਣ ਜਿਹੜੀ ਸੰਭਾਵਿਤ ਹੈ 18 ਜੁਲਾਈ ਦੀ ਮੀਟਿੰਗ, ਜੇ ਇਹਦੇ ਵਿੱਚ ਸੁਖਬੀਰ ਬਾਦਲ ਪਹੁੰਚ ਗਏ, ਇਹਦਾ ਮਤਲਬ ਹੈ ਕਿ ਖਿਚੜੀ ਅੰਦਰੂਨੀ ਤੌਰ ਤੇ ਪੱਕ ਰਹੀ ਸੀ ਅਕਾਲੀ ਦਲ ਦੀ ਵੀ ਔਰ ਬੀਜੇਪੀ ਦੀ ਵੀ। ਔਰ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਉਣਾ ਇਹ ਬੀਜੇਪੀ ਨੇ ਪਹਿਲਾਂ ਸੋਚ ਰੱਖਿਆ ਸੀ ਕਈ ਮਹੀਨਿਆਂ ਤੋਂ। ਔਰ ਜਿਹੜਾ ਸਮਝੌਤਾ ਸੀ ਅਕਾਲੀ ਦਲ ਨਾਲ, ਉਹ ਵੀ ਬੀਜੇਪੀ ਨੇ ਪਹਿਲਾਂ ਹੀ ਸੋਚ ਰੱਖਿਆ ਸੀ। ਔਰ ਇਹਦਾ ਪ੍ਰਗਟਾਵਾ ਵੀ ਇੱਕ ਤਰੀਕੇ ਨਾਲ ਸਤਿਕਾਰ ਦੇ ਰੂਪ ਦੇ ਵਿੱਚ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ। ਪ੍ਰਕਾਸ਼ ਸਿੰਘ ਬਾਦਲ ਜੀ ਦੁਨੀਆ ਤੋਂ ਗਏ ਤੇ ਮੋਦੀ ਸਾਹਿਬ ਖਾਸ ਤੌਰ ਤੇ ਆਏ, ਰਾਜਨਾਥ ਸਿੰਘ ਆਏ, JP ਨੱਡਾ ਆਏ, ਭਾਰਤ ਦਾ ਹਰ ਵੱਡਾ ਲੀਡਰ ਸ਼ਰਧਾਂਜਲੀ ਦੇਣ ਆਇਆ। ਔਰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਤੀ ਸਤਿਕਾਰ ਬੀਜੇਪੀ ਦੇ ਲੀਡਰਾਂ ਨੇ ਦਿਖਾਇਆ, ਉਹ ਵੀ ਇੱਕ ਆਧਾਰ ਬਣ ਸਕਦਾ ਹੈ ਕਿ ਬੀਜੇਪੀ ਅਕਾਲੀ ਦਲ ਦੇ ਨਾਲ ਆਪਣਾ ਗਠਬੰਧਨ ਕਰ ਸਕਦੀ ਹੈ। ਅਕਾਲੀ ਦਲ ਦੇ ਲਈ ਵੀ ਇਸ ਵਕਤ ਇਹ ਮਾਫਕ ਹੈ ਕਿ ਉਹ ਬੀਜੇਪੀ ਨਾਲ ਅਗਰ ਆਪਣਾ ਗਠਬੰਧਨ ਕਰਦਾ ਹੈ ਤੇ ਕੋਈ ਹਰਜ ਵਾਲੀ ਗੱਲ ਨਹੀਂ ਹੈ। ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਆਪਣੇ ਵੱਲੋਂ BSP ਨਾਲ ਵੀ ਗਠਬੰਧਨ ਜਾਰੀ ਰੱਖਣਾ ਚਾਹੇਗਾ, ਪਰ BSP ਦਾ ਕੀ ਇਹਦੇ ਤੇ ਰਿਐਕਸ਼ਨ ਹੈ ਜਦੋਂ ਅਕਾਲੀ ਦਲ BSP ਦੇ ਲੀਡਰਾਂ ਨਾਲ ਗੱਲ ਕਰੇਗਾ ਕਿ ਜੇ ਅਸੀਂ BJP ਨਾਲ ਸਮਝੌਤਾ ਕਰਦੇ ਹਾਂ ਤੇ ਤੁਹਾਨੂੰ ਸਾਡੇ ਨਾਲ ਸਮਝੌਤਾ ਰੱਖਣ 'ਚ ਕੋਈ ਇਤਰਾਜ਼ ਤਾਂ ਨਹੀਂ। ਅਕਾਲੀ ਦਲ ਅਗਰ BJP ਨਾਲ ਸਮਝੌਤਾ ਕਰਦਾ ਹੈ ਤੇ ਅਕਾਲੀ ਦਲ ਆਪਣੇ ਵੱਲੋਂ BSP ਨਾਲ ਸਮਝੌਤਾ ਨਹੀਂ ਤੋੜੇਗਾ। ਮੈਨੂੰ ਇਹ ਲੱਗਦਾ ਹੈ ਹਾਂ, BSP ਅਗਰ ਅਕਾਲੀ BJP ਦਾ ਸਮਝੌਤਾ ਹੁੰਦਾ ਤੇ BSP ਆਪਣੇ ਤੌਰ ਤੇ ਵੱਖ ਹੋ ਜਾਏ ਤੇ ਗੱਲ ਵੱਖਰੀ ਹੈ। ਪਰ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਇਸ ਵਕਤ ਸਿੱਧੇ ਤੌਰ ਤੇ ਕੇਂਦਰ 'ਚ ਇੱਕ ਧਿਰ ਨਾਲ ਜੁੜਨਾ ਚਾਹੁੰਦਾ, ਕਿਉਂਕਿ ਦੂਜੀ ਧਿਰ ਕਾਂਗਰਸ ਹੈ ਜਿਹਦੇ ਨਾਲ ਅਕਾਲੀ ਦਲ ਦਾ ਕਦੇ ਵੀ ਸੁਮੇਲ ਨਹੀਂ ਹੋ ਸਕਦਾ।
ਅਗਰ ਅੱਜ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਹੁੰਦੇ ਤੇ ਨਿਸ਼ਚਿਤ ਤੌਰ ਤੇ ਵਿਰੋਧੀ ਧਿਰਾਂ ਦੀ ਮੀਟਿੰਗ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਵੱਡਾ ਜਿਹੜਾ ਕੱਦ ਹੈ ਉਹ ਬਣ ਸਕਦਾ ਸੀ। ਔਰ ਜਿਵੇਂ ਨਿਤਿਸ਼ ਕੁਮਾਰ ਜਿਹੜੇ ਨੇ ਕਨਵੀਨਰ ਬਣੇ ਨੇ, ਸੰਯੋਜਕ ਬਣੇ ਨੇ, ਜਿਹੜੀਆਂ ਮੁੱਖ ਵਿਰੋਧੀ ਪਾਰਟੀਆਂ ਇਸ ਵਕਤ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਇਕੱਠੀਆਂ ਹੋ ਰਹੀਆਂ ਨੇ, ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦੇ ਸੀ। ਪਰ ਉਹਨਾਂ ਦੀ ਉਮਰ ਦਾ ਤਕਾਜ਼ਾ ਸੀ, ਥੋੜ੍ਹੇ ਜਿਹੇ ਘੱਟ ਸਰਗਰਮ ਸੀ ਪ੍ਰਕਾਸ਼ ਸਿੰਘ ਬਾਦਲ। ਪਰ ਜਿੱਥੋਂ ਤੱਕ ਹੁਣ ਗੱਲ ਕਰੀਏ ਤੇ ਅਕਾਲੀ ਦਲ ਜ਼ਰੂਰ ਕਿਤੇ ਨਾ ਕਿਤੇ ਕੇਂਦਰੀ ਧਿਰ ਨਾਲ ਜੁੜਨਾ ਚਾਹੇਗਾ ਅਗਰ ਉਹਨੇ ਪੰਜਾਬ ਦੀ ਸੱਤਾ ਦੇ ਨਾਲ ਵੱਡੇ ਸਿੱਖੀ ਦੇ ਮੁੱਦਿਆਂ ਤੇ ਅਗਰ ਕੇਂਦਰ ਤੋਂ ਆਪਣੀਆਂ ਮੰਗਾਂ ਮਨਵਾਉਣੀਆਂ ਨੇ। ਸੋ ਇਸ ਕਰਕੇ ਹਰਜੋਤ ਜੀ ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਅਗਰ 18 ਜੁਲਾਈ ਦੀ ਮੀਟਿੰਗ 'ਚ ਜਾਂਦੇ ਨੇ, ਜਿਹੜੀ ਸੰਭਾਵਿਤ ਹੈ ਐਨਡੀਏ ਦੇ ਦਲਾਂ ਦੀ, ਤਾਂ ਫਿਰ ਇਹ ਮੰਨਿਆ ਜਾਊਗਾ ਕਿ ਗੱਠਜੋੜ ਦੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ। 18 ਜੁਲਾਈ ਨੂੰ ਸਿਰਫ ਐਲਾਨ ਹੋਣਾ ਹੈ। ਹੁਣ ਸਵਾਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੀ 18 ਜੁਲਾਈ ਦੀ ਸੰਭਾਵੀ ਮੀਟਿੰਗ ਹੈ, ਕੀ ਸੁਖਬੀਰ ਸਿੰਘ ਬਾਦਲ ਨੂੰ ਸੱਦਾ ਲਾ ਦਿੱਤਾ? ਕਿ ਜਿਹੜੀ ਇਹ ਸਰਗਰਮੀ ਦਿਖ ਰਹੀ ਹੈ ਮੀਟਿੰਗਾਂ ਦੀ, ਕਿ ਜੀ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜਾਂ ਨਾਲ ਮੀਟਿੰਗਾਂ ਕੀਤੀਆਂ, ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗਾਂ ਕੀਤੀਆਂ, ਪੰਜਾਬ 'ਚ ਵਿਰੋਧੀ ਧਿਰ ਦੇ ਤੌਰ ਤੇ ਆਪਣੀ ਭੂਮਿਕਾ ਤਕੜੀ ਕਰਨ ਦੇ ਲਈ, ਭਾਵੇਂ ਵਿਰੋਧੀ ਧਿਰ ਕਾਂਗਰਸ ਹੈ ਪਰ ਵਿਰੋਧੀ ਪਾਰਟੀ ਦੇ ਰੂਪ ਦੇ ਵਿੱਚ ਆਪਣੀ ਭੂਮਿਕਾ ਤਕੜੀ ਕਰਨ ਲਈ 2024 ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਜਿਹੜੀ ਤਿਆਰੀ ਕਸੀ ਹੈ, ਕਿ ਉਹ ਇਸ ਸੰਭਾਵਨਾ ਤੋਂ ਬਾਅਦ ਕਸੀ ਹੈ ਕਿ ਅਸੀਂ ਆਪਣੀ ਤਿਆਰੀ ਵਿੰਨੀਏ, ਬੀਜੇਪੀ ਨਾਲ ਸਮਝੌਤਾ ਤਾਂ ਹੁਣ ਸੰਭਾਵਨਾ ਬਣ ਰਹੀ ਹੈ, ਜਾਂ ਬੀਜੇਪੀ ਨਾਲ ਅੰਦਰ ਖਾਤੇ ਸਮਝੌਤੇ ਦੀ ਗੱਲ ਮੁੱਕ ਚੁੱਕੀ ਹੈ। ਪਰ ਅਸਲ ਸੱਚ 18 ਜੁਲਾਈ ਨੂੰ ਸਾਹਮਣੇ ਆਉਣਾ। ਜਿਵੇਂ ਮੈਂ ਕਿਹਾ, ਜੇ 18 ਜੁਲਾਈ ਨੂੰ ਸੁਖਬੀਰ ਬਾਦਲ ਸੰਭਾਵੀ ਐਨਡੀਏ ਦੀ ਮੀਟਿੰਗ 'ਚ ਜਾਂਦੇ ਨੇ ਤੇ ਫਿਰ ਇਹ ਮੰਨਿਆ ਜਾਊਗਾ ਕਿ ਸਮਝੌਤਾ ਹੋ ਗਿਆ। ਉਂਝ ਮੇਰਾ ਇਹ ਮੰਨਣਾ ਹੈ ਕਿ ਬੀਜੇਪੀ ਲਈ ਨਰਿੰਦਰ ਮੋਦੀ ਨੂੰ ਇਸ ਵਾਰ ਪ੍ਰਧਾਨ ਮੰਤਰੀ ਬਣਾਉਣਾ ਸਭ ਤੋਂ ਵੱਡਾ ਚੈਲੰਜ ਹੈ। ਅਗਰ ਬੀਜੇਪੀ ਇਸ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਲੈਂਦੀ ਹੈ ਤੇ ਫਿਰ ਦੇਸ਼ ਦੀ ਸਿਆਸਤ 'ਚ ਭਾਰਤੀ ਜਨਤਾ ਪਾਰਟੀ ਦੀ ਪਕੜ ਹੈ ਜਿਹੜੀ, ਉਹ ਦਸ਼ਕਾਂ ਤੱਕ ਢਿੱਲੀ ਨਹੀਂ ਪੈਣੀ, ਕਿਉਂਕਿ ਕਾਂਗਰਸ ਨੇ ਵੀ ਇਸੇ ਤਰ੍ਹਾਂ ਕਈ ਦਸ਼ਕ ਰਾਜ ਕੀਤਾ। ਇੱਕੋ ਵਾਰ ਕਾਂਗਰਸ ਨੇ ਲਗਾਤਾਰ 10 ਸਾਲ ਰਾਜ ਕੀਤਾ ਜਦੋਂ ਡਾਕਟਰ ਮਨਮੋਹਨ ਸਿੰਘ ਸਰਕਾਰ ਦੀ ਅਗਵਾਈ ਕਰ ਰਹੇ ਸੀ। ਔਰ ਇੱਕ ਵਾਰ ਉਸ ਤੋਂ ਪਹਿਲਾਂ। ਹੁਣ ਅਗਰ ਬੀਜੇਪੀ ਪਹਿਲੀ ਵਾਰੀ 10 ਸਾਲ ਤੋਂ ਬਾਅਦ ਤੀਜੀ ਵਾਰ ਸਰਕਾਰ ਬਣਾ ਲੈਂਦੀ ਹੈ ਤੇ ਇਹ ਦੇਸ਼ ਦੇ ਇਤਿਹਾਸ 'ਚ ਪਹਿਲੀ ਪਾਰਟੀ ਬੀਜੇਪੀ ਬਣੇਗੀ। ਔਰ ਅਗਰ ਤੀਜੀ ਟਰਮ ਨਰਿੰਦਰ ਮੋਦੀ ਉਹਨਾਂ ਨੂੰ ਮਿਲੀ ਤੇ ਫਿਰ ਦਸ਼ਕਾਂ ਤੱਕ ਬੀਜੇਪੀ ਦੇਸ਼ ਦੀ ਕੇਂਦਰੀ ਸਿਆਸਤ 'ਤੇ ਰਾਜ ਕਰ ਸਕਦੀ ਹੈ, ਜੋ ਹਾਲਾਤ ਸਾਨੂੰ ਦਿਖ ਰਹੇ ਨੇ। ਪਰ 18 ਜੁਲਾਈ ਨੂੰ ਕਈ ਨਵੀਆਂ ਸਾਨੂੰ ਸਿਆਸੀ ਗਤੀਵਿਧੀਆਂ ਨਜ਼ਰ ਆਉਣਗੀਆਂ ਕਿ ਕਿਸ ਤਰ੍ਹਾਂ ਦੀ ਸਿਆਸਤ ਅਕਾਲੀ ਦਲ ਕਰਦਾ ਆਉਂਦੇ ਸਮੇਂ 'ਚ, ਔਰ ਬੀਜੇਪੀ ਦੀ ਰਣਨੀਤੀ ਕੀ ਰਹਿੰਦੀ ਹੈ 2024 ਤੋਂ ਪਹਿਲਾਂ। ਇਸ ਤਰ੍ਹਾਂ ਹੈ ਜੀ, ਮੀਡੀਆ ਸਪੈਕੂਲੇਸ਼ਨ ਤੁਸੀਂ ਜਿੰਨੀ ਮਰਜ਼ੀ ਕਰੋ। ਸੁਖਬੀਰ ਜੀ ਨੇ ਅੰਦਰ ਜਾਣ ਤੋਂ ਪਹਿਲਾਂ ਕਹਿਤਾ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੈ, ਔਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਪੰਜਾਬ ਦੇ ਲੋਕਾਂ ਦਾ ਜੋ ਅੱਜ ਕੱਲ੍ਹ ਮੁੱਦੇ ਚੱਲ ਰਹੇ ਆ, ਜੋ ਲਾਅ ਐਂਡ ਆਰਡਰ ਹੈ, ਉਸ ਦੇ ਬਾਰੇ ਚਰਚਾ ਹੋਈ ਹੈ। ਇਸ ਤੋਂ ਗਾਂਹ ਹੋਰ ਕੋਈ ਚਰਚਾ ਨਹੀਂ ਹੋਈ। ਦੇਖੋ, ਗੱਲ ਇਹ ਹੈ ਕਿ ਅਸੀਂ ਪਹਿਲਾਂ ਵੀ ਬੜਾ ਸਵੇਰੇ ਵੀ ਸਪਸ਼ਟ ਕੀਤਾ ਸੀ, ਕੱਲ੍ਹ ਵੀ ਕੀਤਾ ਸੀ, ਤੇ ਮੈਂ ਮੀਡੀਆ ਨੂੰ ਹੁਣ ਵੀ ਬੇਨਤੀ ਕਰਦਾ ਕਿ ਜਿਹੜੀ ਅਣਅਧਿਕਾਰਤ ਤੌਰ ਦੇ ਉੱਤੇ ਜਿਹੜੇ ਕੋਈ ਸੂਤਰ ਗਲਤ ਖਬਰ ਦਿੰਦੇ ਆ ਉਹਨੂੰ ਨਹੀਂ ਚਲਾਉਣਾ ਚਾਹੀਦਾ। ਇਸ ਕਰਕੇ ਨਾ ਤਾਂ ਅੱਜ ਕੋਈ ਏਜੰਡਾ ਸੀ ਸਾਡਾ ਕਿ ਕਿਸੇ ਵੀ ਪਾਰਟੀ ਨਾਲ ਅਲਾਇੰਸ ਕਰਦਾ, ਕਿਉਂਕਿ ਸਾਡਾ ਆਲਰੇਡੀ ਬਹੁਜਨ ਸਮਾਜ ਪਾਰਟੀ ਦੇ ਨਾਲ ਅਲਾਇੰਸ ਜਿਹੜਾ ਸਾਡਾ ਚੱਲ ਰਿਹਾ ਜੀ, ਬਹੁਜਨ ਸਮਾਜ ਪਾਰਟੀ ਅੱਛਾ ਚੱਲ ਰਿਹਾ। ਇਸ ਕਰਕੇ ਹੋਰ ਕਿਸੇ ਵੀ ਪਾਰਟੀ ਦੇ ਨਾਲ ਨਾ ਤਾਂ ਕੋਈ ਗੱਲ ਚੱਲ ਰਹੀ ਹੈ। ਇਸ ਕਰਕੇ ਵਾਰ-ਵਾਰ ਉਸ ਕੁਐਸਚਨ ਨੂੰ ਜਿਵੇਂ ਮਰਜ਼ੀ ਘੁਮਾ ਕੇ ਪੁੱਛੋ ਤਾਂ ਉਹਦਾ ਕੋਈ ਲਾਭ ਨਹੀਂ ਹੈ। ਸੋ ਇਹਦੇ ਨਾਲ ਹਰਜੋਤ ਜੀ, ਅਗਲੀ ਇੱਕ ਵੱਡੀ ਖਬਰ ਜਿਹਦੇ ਤੇ ਗੱਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੋ ਵੱਡੀਆਂ ਖਬਰਾਂ ਨੇ ਜਿਹੜੀਆਂ ਮੈਂ ਅੱਗੇ ਵਧਾਊਂਗਾ। ਭਗਵੰਤ ਮਾਨ ਨੇ ਕੱਲ੍ਹ ਹੌਮੀ ਭਾਭਾ ਕੈਂਸਰ ਹਸਪਤਾਲ ਹੈ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ, ਉੱਥੇ IPD ਸੇਵਾਵਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹਦਾ ਉਦਘਾਟਨ ਕੀਤਾ ਸੀ। ਹੁਣ ਇਹਦੇ 'ਚ ਜਿਹੜੀਆਂ ਹੋਰ ਸੇਵਾਵਾਂ ਨੇ ਉਹ ਸ਼ੁਰੂ ਹੋਈਆਂ। ਭਗਵੰਤ ਮਾਨ ਉੱਥੇ ਪਹੁੰਚੇ। ਭਗਵੰਤ ਮਾਨ ਉਹਨਾਂ ਨੇ ਭਾਸ਼ਣ ਦਿੱਤਾ, ਆਪਣਾ ਵਿਜ਼ਨ ਪੇਸ਼ ਕੀਤਾ ਪੰਜਾਬ ਦੀਆਂ ਸਿਹਤ ਸੇਵਾਵਾਂ ਲਈ। ਇੱਕ ਨਵਾਂ ਆਈਡੀਆ ਵੀ ਭਗਵੰਤ ਮਾਨ ਉਹਨਾਂ ਨੇ ਪੇਸ਼ ਕੀਤਾ। ਕਹਿੰਦੇ ਸਾਨੂੰ ਕੋਈ
ਉਦਯੋਗਪਤੀ ਨੇ ਜਿਹੜੇ ਉਹ ਸਪਾਂਸਰ ਕਰਨ ਦੇ ਲਈ ਤਿਆਰ ਨੇ ਕਿ ਅਸੀਂ ਮੋਬਾਈਲ ਕਲੀਨਿਕ ਜਾਂ ਮੋਬਾਈਲ ਵੈਨਸ ਬਣਾਈਏ ਜਿਹੜੀਆਂ ਪਿੰਡਾਂ 'ਚ ਜਾ ਕੇ ਸਿਹਤ ਚੈੱਕਅਪ ਕਰਨ। ਮੈਨੂੰ ਇਹ ਲੱਗਦਾ ਇਹ ਬੜਾ ਚੰਗਾ ਸੁਝਾਅ ਹੈ। ਇਹ ਪਹਿਲਾਂ ਵੀ ਕਈ ਵਾਰੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਸੁਝਾਅ 'ਤੇ ਗੱਲ ਕੀਤੀ ਹੈ। ਸਿਹਤ ਮਹਿਕਮਾ ਵੀ ਲਗਾਤਾਰ ਪਹਿਲਾਂ ਵਿਚਾਰ ਕਰਦਾ ਰਿਹਾ ਹੈ। ਉਂਝ ਇਹ ਕੋਈ ਨਵੀਂ ਗੱਲ ਨਹੀਂ। ਬਹੁਤ ਸਾਰੇ ਪ੍ਰਾਈਵੇਟ ਹਸਪਤਾਲ ਨੇ, ਬਹੁਤ ਸਾਰੇ ਸਮਾਜ ਸੇਵੀ ਨੇ ਜਿਹੜੇ ਆਪਣੇ ਪੱਧਰ ਤੇ ਇਸ ਤਰ੍ਹਾਂ ਦੇ ਮੋਬਾਈਲ ਚੈੱਕਅਪ, ਹੈਲਥ ਚੈੱਕਅਪ ਨੇ ਜਿਹੜੇ ਸਮੇਂ-ਸਮੇਂ ਤੇ ਕਰਦੇ ਰਹੇ ਨੇ। ਪਰ ਜੇ ਸਰਕਾਰ ਉਦਯੋਗਪਤੀਆਂ ਦੀ ਮਦਦ ਦੇ ਨਾਲ ਇਸ ਯੋਜਨਾ ਨੂੰ ਅੱਗੇ ਵਧਾਵੇ, ਇਹਦਾ ਫਾਇਦਾ ਤਾਂ ਹੋਊਗਾ। ਪਰ ਪੰਜਾਬ 'ਚ ਜਿਹੜੀ ਸਾਰੀ ਗੱਲ ਹੈ ਉਹ ਚੈੱਕਅਪ ਤੇ ਨਾ ਖੜੇ। ਜਿਹੜੇ ਮੁਹੱਲਾ ਕਲੀਨਿਕ ਨੇ ਉਹ ਵੀ ਚੈੱਕਅਪ ਨੇ, ਉਹ ਵੀ ਟੈਸਟ ਨੇ। ਗੱਲ ਤਾਂ ਸਰਜਰੀਆਂ ਦੀ ਹੈ, ਗੱਲ ਤਾਂ ਆਪਰੇਸ਼ਨਾਂ ਦੀ ਹੈ ਜਿਹਦੇ ਤੇ ਲੱਖਾਂ ਰੁਪਏ ਲੱਗਦੇ ਨੇ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਜਿਹੜਾ 5 ਲੱਖ ਦਾ ਹੈਲਥ ਬੀਮਾ ਹੈ, ਜਿਨ੍ਹਾਂ ਨੇ ਸਰਜਰੀ ਕਰਾਉਣੀ ਹੈ, ਕਿਸੇ ਨੇ ਕੋਈ ਹਾਰਟ ਦੀ ਸਰਜਰੀ ਕਰਾਉਣੀ, ਕਿਡਨੀ ਦਾ ਆਪਰੇਸ਼ਨ ਕਰਾਉਣਾ ਹੈ, ਕਿਸੇ ਨੇ ਕੋਈ ਲੀਵਰ ਦਾ ਇਲਾਜ ਕਰਾਉਣਾ ਹੈ, ਕਿਸੇ ਨੇ ਕੋਈ ਪੱਥਰੀ ਕਢਾਉਣੀ ਹੈ, ਤੇ ਉਹ ਜਿਹੜੀ ਅੱਜ ਕੱਲ੍ਹ ਤਾਂ ਪਿੱਤੇ ਨਿਕਲ ਜਾਂਦੇ ਨੇ। ਹੁਣ ਉਹ ਜਿਹੜੇ ਆਪਰੇਸ਼ਨ ਨੇ ਉਹ ਮੁਹੱਲਾ ਕਲੀਨਿਕਾਂ 'ਚ ਤਾਂ ਹੁੰਦੇ ਹੀ ਨਹੀਂ, ਨਾ ਸਾਡੇ ਸਰਕਾਰੀ ਹਸਪਤਾਲਾਂ 'ਚ ਉਹਦੀ ਸੁਵਿਧਾ ਮਿਲ ਰਹੀ ਹੈ। ਉਸ ਗਰੰਟੀ ਤੇ ਭਗਵੰਤ ਮਾਨ ਫੋਕਸ ਕਰਨ ਕਿ ਕਿਵੇਂ ਪੰਜਾਬ ਦੇ 12, 13, 14, 15 ਹਜ਼ਾਰ ਪੰਜਾਬ 'ਚ ਮੁਹੱਲਾ ਕਲੀਨਿਕ ਬਣਨ, ਪਿੰਡਾਂ 'ਚ ਕਲੀਨਿਕ ਬਣਨ, ਔਰ ਕਿਵੇਂ ਸਾਡੇ ਸਰਕਾਰੀ ਹਸਪਤਾਲਾਂ 'ਚ ਨਵੀਆਂ ਮਸ਼ੀਨਾਂ ਆਉਣ, ਸਰਕਾਰੀ ਹਸਪਤਾਲਾਂ 'ਚ ਮੁਫਤ ਇਲਾਜ ਹੋਵੇ ਸਾਰਿਆਂ ਨੂੰ, ਜਿਵੇਂ ਵਾਅਦਾ ਕੀਤਾ ਸੀ। ਸਰਕਾਰੀ ਹਸਪਤਾਲਾਂ 'ਚ ਸਾਰਿਆਂ ਦਾ ਮੁਫਤ ਇਲਾਜ ਹੋਣਾ ਚਾਹੀਦਾ। ਔਰ ਸਰਕਾਰ ਨੇ ਜਿਹੜਾ ਮੁਫਤ ਇਲਾਜ ਕਰਨਾ ਹੈ ਉਹ ਨਰਿੰਦਰ ਮੋਦੀ ਦੀ 5 ਲੱਖ ਰੁਪਏ ਦੀ ਜਿਹੜੀ ਬੀਮਾ ਯੋਜਨਾ ਹੈ ਉਹਨੂੰ ਵੀ ਵਿੱਚ ਪਾ ਲੈਣਾ ਸਰਕਾਰ ਨੇ। ਸੋ ਸਰਕਾਰਾਂ ਨੇ ਘਰੋਂ ਨਹੀਂ ਪੈਸੇ ਲੈ ਕੇ ਆਉਣੇ, ਨਾ ਹੀ ਪੋਲੀਟੀਕਲ ਪਾਰਟੀਆਂ ਨੇ। ਲੋਕਾਂ ਦੇ ਪੈਸੇ ਨਾਲ ਹੀ ਇੰਸ਼ੋਰੈਂਸ ਦੀ ਕਿਸ਼ਤ ਦਿੱਤੀ ਜਾਣੀ ਹੈ ਜਿਹਦੇ ਨਾਲ ਲੋਕਾਂ ਦਾ ਇਲਾਜ ਹੋਣਾ ਹੈ। ਸੋ ਲੋਕਾਂ ਦਾ ਪੈਸਾ ਲੱਗਣਾ ਲੋਕਾਂ ਤੇ ਹੀ ਹੈ। ਇਸ ਕਰਕੇ ਗੱਲ ਵਿਉਂਤਬੰਦੀ ਬਣਾਉਣ ਦੀ ਹੈ। ਆ ਜਿਹੜੀਆਂ ਮੋਬਾਈਲ ਵੈਨਾਂ ਵਾਲੀ ਗੱਲ ਹੈ ਇਹ ਵੀ ਚੰਗੀ ਹੈ, ਪਰ ਸਰਜਰੀਆਂ ਜਦ ਤੱਕ ਸਰਕਾਰੀ ਹਸਪਤਾਲਾਂ 'ਚ ਇਲਾਜ ਮੁਫਤ ਨਹੀਂ ਹੁੰਦਾ, ਜਿਨ੍ਹਾਂ ਲੋਕਾਂ ਕੋਲੇ 5-5 ਲੱਖ ਦੇ ਸਿਹਤ ਬੀਮਾ ਕਾਰਡ ਨੇ ਉਹਨਾਂ ਨੂੰ ਪੰਜਾਬ 'ਚ ਕਈ ਥਾਈਂ ਇਲਾਜ ਨਹੀਂ ਮਿਲ ਰਿਹਾ, ਕਿੱਡੀ ਮਾੜੀ ਗੱਲ ਹੈ। ਮੈਨੂੰ ਲੱਗਦਾ ਇਸ ਪਾਸੇ ਭਗਵੰਤ ਮਾਨ ਹੋਣਾ ਨੂੰ ਉਚੇਚੇ ਤੌਰ ਤੇ ਫੋਕਸ ਕਰਨ ਦੀ ਗੱਲ ਹੈ। ਉਂਝ ਭਗਵੰਤ ਮਾਨ ਹੋਣਾ ਦਾ ਵਿਜ਼ਨ ਚੰਗਾ, ਉਹਨਾਂ ਦੀ ਸੋਚ ਤੇ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਚੀਜ਼ਾਂ ਇੰਪਲੀਮੈਂਟ ਹੋਣ, ਚੀਜ਼ਾਂ ਲਾਗੂ ਹੁੰਦੀਆਂ ਚਲੀ ਜਾਣ। ਹੁਣ ਦੇਖੋ ਹਰਜੋਤ ਜੀ, ਲਗਭਗ 13, 14, 15 ਮਹੀਨੇ ਸਰਕਾਰ ਬਣੀ ਨੂੰ ਹੋ ਗਏ। ਹੁਣ ਪਹਿਲੇ ਸਾਲ 'ਚ 25, 26, 27, 28 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ। 2024 ਤੋਂ ਪਹਿਲਾਂ ਕੀ ਭਗਵੰਤ ਮਾਨ ਦੀ ਸਰਕਾਰ 50,000 ਨੌਕਰੀਆਂ ਦਾ ਟੀਚਾ ਪੂਰਾ ਕਰ ਲੇਗੀ? ਗੱਲ ਹਜੇ ਵੀ 29,000 ਤੋਂ 30,000 ਤੇ ਨਹੀਂ ਪਹੁੰਚੀ। ਜਿੱਦਣ ਅਖਬਾਰਾਂ 'ਚ ਇਸ਼ਤਿਹਾਰ ਆ ਗਏ ਵੀ ਅਸੀਂ 30,000 ਤੋਂ ਵੱਧ ਨੌਕਰੀਆਂ ਦੇਤੀਆਂ, ਇਹਦਾ ਮਤਲਬ ਹੈ ਪਿਛਲੇ 5-6 ਮਹੀਨਿਆਂ 'ਚ 1000 ਨੌਕਰੀਆਂ ਆਈਆਂ। ਹੁਣ ਜਿਹੜੇ ਰਾਜਾ ਵੜਿੰਗ ਨੇ ਕਾਂਗਰਸ ਵਾਲੇ, ਉਹ ਦਾਅਵਾ ਕਰੀ ਜਾਂਦੇ ਨੇ ਕਿ ਜਿਹੜੀਆਂ 25, 26, 29,000 ਨੌਕਰੀਆਂ ਦੇ ਇਸ਼ਤਿਹਾਰ ਨੇ ਉਹ ਇਹਨਾਂ ਨੂੰ ਹੀ ਫਰਜ਼ੀ ਕਹੀ ਜਾਂਦੇ ਨੇ। ਕਹਿੰਦੇ ਦਿਖਾਓ ਸਾਰਿਆਂ ਦੀ ਅਪਾਇੰਟਮੈਂਟ ਲੈਟਰ, ਕਰੋ ਕਹਿੰਦੇ ਸਾਰਿਆਂ ਦੀਆਂ ਸੂਚੀਆਂ ਜਾਰੀ। ਕਾਂਗਰਸ ਵਾਲੇ ਤਾਂ ਇਹੀ ਨਹੀਂ ਮੰਨ ਰਹੇ, ਉਹ ਕਹਿੰਦੇ ਤੁਹਾਡੇ ਇਸ਼ਤਿਹਾਰ ਝੂਠੇ ਨੇ। ਹੁਣ ਸਰਕਾਰ ਜਾਂ ਤਾਂ ਇਸ਼ਤਿਹਾਰਾਂ ਦੀ ਜਾਂਚ ਕਰਾਵੇ ਜਾਂ ਕਾਂਗਰਸ ਵਾਲੇ ਹਾਈ ਕੋਰਟ 'ਚ ਜਾਣ ਵੀ ਇਸ਼ਤਿਹਾਰਾਂ ਦੀ ਜਾਂਚ ਕਰੋ ਜੀ, ਸੱਚੇ ਲੱਗ ਰਹੇ ਨੇ ਜਾਂ ਝੂਠੇ ਲੱਗ ਰਹੇ ਨੇ। ਪਰ ਕਾਂਗਰਸ ਵਾਲੇ ਵੀ ਗੱਲਾਂ ਨਾਲ ਪਕੌੜੇ ਬਣਾ ਜਾਂਦੇ ਕਈ ਵਾਰ। ਇਸ ਕਰਕੇ ਹਾਂ, ਇਹ ਸਵਾਲ ਬਹੁਤ ਵੱਡਾ ਹੈ ਕਿ ਜੇ ਪਹਿਲੇ ਸਾਲ 29,000 ਨੌਕਰੀਆਂ ਸੀ, ਜੇ ਉਹਦੇ ਵਿੱਚੋਂ ਬਹੁਤ ਸਾਰੀਆਂ ਨੌਕਰੀਆਂ ਅਕਾਲੀ ਦਲ ਕਾਂਗਰਸ ਵੇਲੇ ਦੀਆਂ ਤੁਰੀਆਂ ਆ ਰਹੀਆਂ ਸੀ, ਤੇ ਹੁਣ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਪਣੇ ਦਮ ਤੇ ਕਿੰਨੀਆਂ ਨੌਕਰੀਆਂ ਆ ਦੂਜੇ ਸਾਲ 'ਚ ਦਿੰਦੀਆਂ ਨੇ, ਇਹ ਟੈਸਟ ਹੈ। ਅਗਰ ਤਾਂ 2024 ਤੋਂ ਪਹਿਲਾਂ ਭਗਵੰਤ ਮਾਨ ਸਾਹਿਬ 50,000 ਨੌਕਰੀਆਂ ਦਾ ਅੰਕੜਾ ਪਾਰ ਕਰ ਗਏ ਤਾਂ 2024 'ਚ 13 ਦੀਆਂ 13 ਸੀਟਾਂ ਤੇ ਵੱਡਾ ਦਾਅਵਾ ਆਮ ਆਦਮੀ ਪਾਰਟੀ ਦਾ ਹੋਊਗਾ। ਅਗਰ 2024 ਦੀਆਂ ਚੋਣਾਂ ਤੋਂ ਪਹਿਲਾਂ ਅਗਲੇ 8-9 ਮਹੀਨਿਆਂ 'ਚ ਨੌਕਰੀਆਂ ਦੇਣ ਦਾ ਅੰਕੜਾ 30-32 ਹਜ਼ਾਰ ਤੱਕ ਰਹਿ ਗਿਆ, ਇਹਦਾ ਮਤਲਬ ਹੈ ਨੌਕਰੀਆਂ ਦੇਣ ਦੀ ਯੋਜਨਾ ਫੁੱਸ ਹੋ ਗਈ ਜਾਂ ਠੁੱਸ ਹੋ ਗਈ, ਜੋ ਮਰਜ਼ੀ ਕਹਿ ਲਓ। ਤੇ ਫਿਰ 2024 ਚੁਣੌਤੀਪੂਰਵਕ ਬਣ ਜਾਣਾ ਹੈ, ਕਿਉਂਕਿ ਜੋ ਵਿੱਤੀ ਹਾਲਾਤ ਬਣੇ ਹੋਏ ਨੇ, ਪੈਟਰੋਲ ਡੀਜ਼ਲ ਵਧਾਏ ਬਿਨਾਂ ਸਰਕਾਰ ਦਾ ਗੁਜ਼ਾਰਾ ਨਹੀਂ ਹੋਣਾ। ਤੇ ਜੇ ਹੁਣ ਪੈਟਰੋਲ ਡੀਜ਼ਲ ਵਧਿਆ ਤੇ ਵਿਰੋਧੀਆਂ ਨੇ ਤਾਂ ਸੜਕਾਂ ਤੇ ਆਉਣਾ ਨਹੀਂ, ਲੋਕਾਂ ਦੀ ਜ਼ਿੰਦਗੀ ਔਖੀ ਹੋ ਜਾਣੀ। ਇਸ ਕਰਕੇ ਭਗਵੰਤ ਮਾਨ ਹੋਣਾ ਲਈ ਵੀ ਚੁਣੌਤੀ ਵਾਲਾ ਵਕਤ ਹੈ। ਠੀਕ ਹੈ, ਕੁਝ ਨਿਯੁਕਤੀ ਪੱਤਰ ਵੰਡਦੇ ਨੇ, ਕੱਲ ETO ਸਾਹਿਬ ਨੇ ਵੀ ਵੰਡੇ, ਜਿਹੜੇ ਬਿਜਲੀ ਮੰਤਰੀ ਨੇ। ਇੰਨਾ ਕੁ ਕੰਮ ਚੱਲੀ ਜਾਣਾ ਚਾਹੀਦਾ, ਪਰ ਵੱਡੇ ਪੱਧਰ ਤੇ ਰੁਜ਼ਗਾਰ ਚਾਹੀਦਾ ਪੰਜਾਬ 'ਚ, ਜਿਹਦੇ ਲਈ ਸਰਕਾਰ ਕੰਮ ਕਰਦੀ ਨਹੀਂ ਦਿਖਦੀ। ਉਹ ਕਿਵੇਂ ਆਊਗਾ? ਜਦੋਂ ਤੱਕ ਸਾਡਾ ਐਗਰੀਕਲਚਰ ਅਮੀਰ ਨਹੀਂ ਹੁੰਦਾ,
ਖੇਤੀਬਾੜੀ ਦੀ ਤਾਂ ਪਾਲਿਸੀ ਨਹੀਂ ਸਰਕਾਰ ਦੀ ਦਿਖਦੀ। ਕਹਿੰਦੇ ਸੀ ਅਸੀਂ ਨਵੀਂ ਐਗਰੀਕਲਚਰ ਪਾਲਿਸੀ ਲੈ ਕੇ ਆ ਰਹੇ ਹਾਂ, ਪਤਾ ਨਹੀਂ ਕਿੱਥੇ ਰੁਕ ਗਈ ਰਸਤੇ 'ਚ, ਕਿਤੇ ਕੁਝ ਸਪੀਡ ਬ੍ਰੇਕਰ ਟੱਕਰ ਗਿਆ ਸ਼ਾਇਦ ਉਹਨੂੰ। ਸੋ ਐਗਰੀਕਲਚਰ ਦੀ ਦਿਸ਼ਾ 'ਚ ਜਦ ਤੱਕ ਵੱਡੀਆਂ ਪਾਲਿਸੀਆਂ ਬਣਾ ਕੇ ਅਸੀਂ ਆਪਣੀ ਐਗਰੀਕਲਚਰ ਦੀ ਮਾਰਕੀਟਿੰਗ ਨਹੀਂ ਕਰਦੇ, ਕੋਲਡ ਸਟੋਰੇਜ ਨਹੀਂ ਬਣਾਉਂਦੇ, ਆਪਣੇ ਗੋਦਾਮਾਂ 'ਚ ਕ੍ਰੌਪ ਸਟੋਰੇਜ ਨਹੀਂ ਬਣਾਉਂਦੇ, ਜਦ ਤੱਕ ਸੂਬਾ ਆਪਣਾ ਡਿਪਾਰਟਮੈਂਟ ਬਣਾ ਕੇ ਕਣਕ ਦੀ, ਝੋਨੇ ਦੀ, ਵੈਜੀਟੇਬਲਸ ਦੀ, ਫਰੂਟਸ ਦੀ ਮਾਰਕੀਟਿੰਗ ਨਹੀਂ ਕਰਦਾ, ਕਿਸਾਨਾਂ ਨੂੰ ਪੈਸੇ ਕਮਾ ਕੇ ਨਹੀਂ ਦਿੰਦੀ ਜਦ ਤੱਕ ਸਰਕਾਰ, ਤਦ ਤੱਕ ਸਰਕਾਰ ਕੋਲੇ ਪੈਸੇ ਨਹੀਂ ਆਉਂਦੇ ਜਦ ਤੱਕ, ਤਦ ਤੱਕ ਪੰਜਾਬ ਖੁਸ਼ਹਾਲੀ ਤੋਂ ਬਹੁਤ ਦੂਰ ਹੈ। ਸੋ ਠੀਕ ਹੈ, ਰੰਗਲਾ ਪੰਜਾਬ ਤਾਂ ਹਮੇਸ਼ਾ ਹੀ ਸੀ, ਪੰਜਾਬ ਅੱਜ ਵੀ ਰੰਗਲਾ ਹੈ, ਗਾਣਿਆਂ ਗੁਣਿਆਂ 'ਚ ਤਾਂ ਪੰਜਾਬ ਰੰਗਲਾ ਹੀ ਹੈ, ਜਿਨ੍ਹਾਂ ਕੋਲੇ 4 ਪੈਸੇ ਨੇ ਉਹਨਾਂ ਲਈ ਵੀ ਰੰਗਲਾ ਹੈ। ਰੰਗਲਾ ਪੰਜਾਬ ਤਾਂ ਗਰੀਬਾਂ ਲਈ ਬਣਾਉਣ ਦੀ ਲੋੜ ਹੈ, ਜਿਨ੍ਹਾਂ ਕੋਲੇ 2 ਵਕਤ ਦੀ ਰੋਟੀ ਬੜੀ ਔਖੀ ਜੁੜਦੀ ਹੈ, ਮਹਿੰਗਾਈ ਐਡੀ ਹੈ। ਇਸ ਕਰਕੇ ਬਹੁਤ ਵੱਡੀ ਪਲੈਨਿੰਗ ਦੀ, ਵਿਜ਼ਨ ਦੀ ਲੋੜ ਹੈ ਪੰਜਾਬ 'ਚ। ਠੀਕ ਹੈ, ਮੋਬਾਈਲ ਜਾ ਕੇ ਮੋਬਾਈਲ ਵੈਨਾਂ ਨਾਲ ਟੈਸਟ ਲੋਕਾਂ ਦੇ ਹੋਣ ਲੱਗ ਜਾਣ, ਠੀਕ ਹੈ, ਕੀ ਕਰ ਲਓਗੇ? ਅੱਖਾਂ ਦੇ ਟੈਸਟ ਕਰ ਲਓਗੇ, ਲੀਵਰ ਕਰ ਲਓਗੇ, ਸਿਹਤ ਪੂਰਾ ਚੈੱਕਅਪ ਕਰ ਲਓਗੇ। ਜੇ ਕਮੀਆਂ ਨਿਕਲੀਆਂ ਤੇ ਫਿਰ ਸਰਜਰੀਆਂ ਹੋਣੀਆਂ, ਆਪਰੇਸ਼ਨ ਹੋਣੇ ਨੇ। ਬਜ਼ੁਰਗਾਂ ਦੇ ਗੋਡੇ ਜੋੜਨੇ, ਪੰਜਾਬ 'ਚ ਗੋਡੇ ਨਵੇਂ ਪਾਉਣੇ ਬਹੁਤ ਵੱਡੀ ਸਮੱਸਿਆ। ਸੋ ਸਰਕਾਰੀ ਤੌਰ 'ਤੇ ਇਲਾਜ ਜਦ ਤੱਕ ਮੁਫਤ ਨਹੀਂ ਹੁੰਦਾ, ਤਦ ਤੱਕ ਸਿਹਤ ਖੇਤਰ 'ਚ ਕੋਈ ਬਹੁਤ ਵੱਡਾ ਜਿਹੜੀ ਆ ਤਬਦੀਲੀ ਆਉਣ ਦੀ ਮੈਨੂੰ ਔਖੀ ਲੱਗਦੀ ਆ। ਅਖੀਰ 'ਚ ਹਰਜੋਤ ਜੀ, ਮੈਂ ਇਹ ਕਹਿਣਾ ਚਾਹੂੰਗਾ ਕਿ ਹਰਿਆਣਾ ਸਰਕਾਰ ਨੇ ਜਿਹੜੇ ਅਣਵਿਆਹੇ ਲੋਕ ਹੈ, ਜਾਂ ਉਹ ਲੋਕ ਜਿਹੜੇ ਜ਼ਿੰਦਗੀ 'ਚ ਇਕੱਲੇ ਰਹਿ ਗਏ, ਜਿਨ੍ਹਾਂ ਦੇ ਪਾਰਟਨਰ ਦੁਨੀਆ ਤੋਂ ਚਲੇ ਗਏ, ਉਹਨਾਂ ਲਈ 2750 ਰੁਪਏ ਦੀ ਪੈਨਸ਼ਨ ਰੱਖੀ ਹੈ। 45 ਤੋਂ 60 ਸਾਲ ਤੱਕ ਮਿਲੂ, 60 ਸਾਲ ਬਾਅਦ ਤਾਂ ਬੁਢਾਪਾ ਪੈਨਸ਼ਨ ਸ਼ੁਰੂ ਹੋ ਜਾਂਦੀ ਹੈ। ਇਹਦਾ ਸਵਾਗਤ ਕੀਤਾ ਜਾਣਾ ਚਾਹੀਦਾ। ਬਹੁਤ ਸਾਰੇ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਰੂਪ 'ਚ ਇਕੱਲੇ ਨੇ। ਮੈਂ ਇੱਥੋਂ ਤੱਕ ਵੀ ਕਹੂੰਗਾ ਕਿ ਪੰਜਾਬ ਦੀ ਸਰਕਾਰ ਨੂੰ ਵੀ ਹਰਿਆਣੇ ਦੀ ਸਰਕਾਰ ਦਾ ਇਹ ਫਾਰਮੂਲਾ ਅਪਣਾਉਣਾ ਚਾਹੀਦਾ। 2750 ਰੁਪਏ ਪੈਨਸ਼ਨ ਦੇਣੀ ਚਾਹੀਦੀ ਹੈ, ਪਰ ਤੁਸੀਂ 1000 ਰੁਪਈਆ ਵਾਅਦਾ ਕੀਤਾ ਸੀ ਉਹ ਵੀ ਦੇਣਾ ਚਾਹੀਦਾ ਹੈ। ਪਰ ਇਹ ਪੈਸਾ ਕਿੱਥੋਂ ਆਊਗਾ? ਇਹ ਪੈਸਾ ਉਦੋਂ ਆਊਗਾ ਜਦੋਂ ਤੁਸੀਂ ਪੰਜਾਬ ਦੀ ਖੇਤੀਬਾੜੀ ਨੂੰ ਤਰੱਕੀ ਦਿਓਗੇ, ਪੰਜਾਬ ਦੇ ਕਿਸਾਨਾਂ ਨਾਲ ਮੀਟਿੰਗਾਂ ਕਰੋਗੇ, ਪੰਜਾਬ ਦੇ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਐਗਰੀਕਲਚਰ ਪਾਲਿਸੀ ਬਣਾ ਕੇ ਅੱਗੇ ਵਧੋਗੇ। ਪੰਜਾਬ ਦੀ ਤਰੱਕੀ ਖੇਤੀਬਾੜੀ ਬਿਨਾਂ ਔਰ ਉਦਯੋਗਿਕਰਨ ਬਿਨਾਂ ਨਹੀਂ ਹੋ ਸਕਦੀ। ਹੁਣ ਗੱਲ ਉਦਯੋਗਾਂ ਦੀ ਵੀ ਕਰ ਲਾਂ। 48,000 ਕਰੋੜ ਦੇ ਇਨਵੈਸਟਮੈਂਟ ਦੇ ਇਸ਼ਤਿਹਾਰ ਕਿੰਨੇ ਲੱਖਾਂ ਕਰੋੜਾਂ ਦੇ ਲਾਗੇ, ਉਹ ਕਿੱਥੇ ਗਈ? 48,000 ਕਰੋੜ ਦੀ ਇਨਵੈਸਟਮੈਂਟ 14-15 ਮਹੀਨੇ ਹੋ ਗਏ। ਜੇ ਉਹ ਅਗਲੇ 5-6 ਮਹੀਨਿਆਂ 'ਚ ਉਦਯੋਗਾਂ 'ਚ ਤਬਦੀਲ ਹੁੰਦੀ ਨਜ਼ਰ ਨਾ ਆਈ, ਫਿਰ ਵੀ ਭਗਵੰਤ ਜੀ 2024 ਦਾ ਤੁਹਾਡਾ ਮਿਸ਼ਨ ਔਖਾ ਹੋ ਜਾਣਾ। ਇਸ ਕਰਕੇ ਬਹੁਤ ਚੁਣੌਤੀਆਂ ਨੇ ਭਗਵੰਤ ਮਾਨ ਸਾਹਿਬ ਦੇ ਰਾਹ ਦੇ ਵਿੱਚ। ਅਖੀਰ 'ਚ ਗੱਲ ਸੁਣ ਲਈਏ, ਭਗਵੰਤ ਮਾਨ ਉਹਨਾਂ ਦੀ ਗੱਲ ਸੁਣ ਲਈਏ। ਤੇ ਕੀ ਕਰ ਰਹੇ ਨੇ? ਮਾਫ ਕਰਨਾ, ਤੁਸੀਂ ਪੜ੍ਹੇ ਲਿਖੇ ਹੋ, ਕੀ ਕਰ ਰਹੇ ਨੇ ਉਹ? ਜੋੜ ਤੋੜ। ਮੈਂ ਉੱਧਰ ਵਗ ਜਾ, ਮੇਰਾ ਇਹਦੇ ਨਾਲ ਲਾਇੰਸ ਹੋ ਜੇ, ਮੇਰਾ ਗੱਠਜੋੜ ਇਹਦੇ ਨਾਲ ਹੋ ਜੇ। ਉਹ ਕਾਹਦੇ ਵਾਸਤੇ ਕਰ ਰਹੇ ਨੇ? ਉਹ ਜੋੜ ਤੋੜ ਕਰ ਰਹੇ ਨੇ ਆਪਣੀ ਕੁਰਸੀ ਵਾਸਤੇ। ਫਰਕ ਦੇਖਿਓ ਹੁਣ ਤੁਸੀਂ, ਇਹ ਅਕਾਲੀ ਦਲ, ਇਹ ਬੀਜੇਪੀ, ਇਹ ਕਾਂਗਰਸ, ਇਹ ਜੋੜ ਤੋੜ ਕਰ ਰਹੇ ਨੇ ਆਪਣੀ ਕੁਰਸੀ ਵਾਸਤੇ। ਮੈਂ ਜੋੜ ਤੋੜ ਕਰ ਰਿਹਾ ਤੁਹਾਡੀ ਕੁਰਸੀ ਵਾਸਤੇ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਅਦਾਲਤਾਂ 'ਚ ਵੀ ਜਾਂਦੇ ਯਾਰ ਕੋਈ ਪੰਗਾ ਨਾ ਹੋ ਜੇ, ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਈਏ ਆਪਣੇ ਦਫ਼ਤਰ 'ਚ ਜਾਣ, ਕਚਹਿਰੀਆਂ 'ਚ ਨਾ ਜਾਣ। ਕੋਈ ਇਹੋ ਜਿਹਾ ਜੋੜ ਤੋੜ ਲਾਓ ਜੀ ਕਿ ਨਾ ਕਲੀਅਰ ਕਰਾ ਲਓ। ਜਿੰਨੇ ਕੁ ਕਲੀਅਰ ਹੁੰਦੇ ਨੇ ਉਹਨਾਂ ਨੂੰ ਤਾਂ ਨੌਕਰੀ ਦੇ ਦਈਏ। ਦੇਖੋ ਮੈਂ ਨੌਕਰੀਆਂ ਕਿਵੇਂ ਬਣ ਰਿਹਾ ਅੱਜ 131, 48, 73। ਤੁਸੀਂ ਕਹੋਗੇ ਇੰਨੀ ਛੋਟੀ ਫਿਗਰ ਕਿਉਂ ਹੈ? ਘੱਟੋ ਘੱਟ ਇੰਨੇ ਤਾਂ ਕਲੀਅਰ ਹੋ ਗਏ ਨਾ ਕੋਰਟ ਵੱਲੋਂ। ਇਹਨਾਂ ਨੂੰ ਤਾਂ ਲਾਈਏ ਕੰਮ ਤੇ, ਬਾਕੀਆਂ ਵਾਸਤੇ ਫਿਰ ਉਹੀ ਕੇਸ ਬਾਕੀਆਂ ਲਈ ਇੱਕ ਉਹ ਬਣ ਜਾਂਦਾ ਕਿ ਜੀ ਪਹਿਲਾਂ ਵੀ ਤੁਸੀਂ ਕੀਤੇ ਹੋਏ ਨੇ। ਤੁਹਾਡੇ ਵੱਲੋਂ ਵਕੀਲ ਬਣ ਕੇ ਪੰਜਾਬ ਸਰਕਾਰ ਲੜ ਰਹੀ ਹੈ ਕਿ ਸਾਡੇ ਮੁੰਡੇ ਕੁੜੀਆਂ ਨੂੰ ਕਿਉਂ ਰੋਕਦੇ ਤੁਸੀਂ ਨੌਕਰੀ ਦੇਣੇ ਤੋਂ, ਜੋ ਤਨਖਾਹ ਤਾਂ ਅਸੀਂ ਦੇਣੀ ਹੈ, ਸਾਡੇ ਕੋਲ ਪੈਸੇ ਹੈਗੇ ਨੇ। ਸੋ ਇਸ ਕਰਕੇ ਆ ਜਿਹੜਾ ਹੁਣ ਅੱਜ ਤੁਹਾਨੂੰ ਪਹਿਲਾਂ ਕੋਰਟਾਂ 'ਚ ਰੁਲਣਾ ਪਿਆ, ਕਿੰਨੇ ਸਾਲ ਵੇਸਟ ਹੋ ਗਏ, ਉਹਦੀ ਕੋਈ ਵੈਲਿਊ ਨਹੀਂ ਹੈਗੀ ਕਿ ਟਾਈਮ ਦੀ ਕੋਈ ਵੈਲਿਊ ਨਹੀਂ ਹੁੰਦੀ। ਪਰ ਅਸੀਂ ਤੁਹਾਡੇ ਵਾਸਤੇ ਜੋੜ ਤੋੜ ਕਰਕੇ ਜੋ ਮਰਜ਼ੀ ਕਰੀਏ, ਅਸੀਂ ਤੁਹਾਡੀ ਕੁਰਸੀ ਸਿਕਿਉਰ ਕਰਨੀ ਚਾਹੁੰਦੇ ਹਾਂ। ਇੰਨਾ ਹੀ ਫਰਕ ਹੈ। ਭਗਵੰਤ ਮਾਨ ਆਪਦੇ ਨੌਜਵਾਨਾਂ ਦੀ, ਆਪਦੇ ਪੰਜਾਬ ਦੇ ਜਿਹੜੇ ਮੁੰਡੇ ਕੁੜੀਆਂ ਦੀ ਕੁਰਸੀ ਵਾਸਤੇ ਜੋੜ ਤੋੜ ਕਰ ਰਿਹਾ, ਤੇ ਆ ਜਿਹੜੇ ਦੂਜੇ ਨੇ ਉਹ ਸਿਰਫ ਆਪਦੀ ਕੁਰਸੀ ਲਈ ਜੋੜ ਤੋੜ ਕਰ ਰਹੇ ਨੇ। ਮੈਂ ਇਹਨਾਂ ਨਾਲ ਹੋ ਜਾ ਤਾਂ ਮੈਂ ਮਿਨਿਸਟਰ ਬਣ ਜੂ, ਇਹਦੇ ਨਾਲ ਜੁੜ ਜੀਏ ਤਾਂ ਐਂ ਬਣ ਜਾਾਂਗੇ। ਬਾਕੀ
ਪਬਲਿਕ ਹੈ, ਸਿਆਣੀ ਹੈ, ਸਾਰਾ ਕੁਝ ਪਤਾ ਉਹਨਾਂ ਨੂੰ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਨਾਲ ਹਮੇਸ਼ਾ ਹੀ ਜੁੜਦੇ ਹੋ ਤੁਸੀਂ ਤੇ ਫਿਲਹਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਬਹੁਤ ਧੰਨਵਾਦ ਹਰਜੋਤ ਜੀ, ਬਹੁਤ ਬਹੁਤ ਧੰਨਵਾਦ।